ਸੋ ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ ਕਿ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ। ਕਿਆ ਜਿਹੜਾ ਗਾ ਕਲਪਨਾ ਦਾ ਸਮਾਂ ਸਾਡੇ ਕੋਲ ਮਨੁੱਖਾ ਤਨ ਦੇ ਅੰਦਰ, ਇਹਦੇ ਅੰਦਰ ਕੀ ਪ੍ਰਧਾਨ ਹੈ, ਕੀ ਚੀਜ਼ ਪ੍ਰਧਾਨ ਹੈ, ਉਹ ਹੈ ਕੀ ਰਤਨ, ਕਿਹੜਾ ਗਿਆਨ ਹੈ ਜਿਹੜਾ ਇੱਥੇ ਪ੍ਰਧਾਨ ਹੈ। ਪਾਤਸ਼ਾਹ ਦਾ ਜਵਾਬ ਦਿੰਦੇ ਆ, ਬਸ ਸੱਚਖੰਡ ਚੋਂ ਹੁਕਮ ਆਉਂਦਾ ਕਿ ਗੁਰਮੁਖ ਜਪੀਐ ਲਾਏ ਧਿਆਨਾ, ਕਿ ਹੇ ਜੀਵ ਆਪਣੀ ਬੁੱਧ ਨੂੰ ਆਪਣੇ ਗਿਆਨ ਦੇ ਨਾਲ ਜੋੜ, ਆਪਣੇ ਆਪ ਨੂੰ ਪਛਾਣਨ ਦੀ ਕੋਸ਼ਿਸ਼ ਕਰ, ਆਪਣੇ ਆਪ ਨੂੰ ਜਾਣਨ ਦੀ ਕੋਸ਼ਿਸ਼ ਕਰ। ਗੁਰਮੁਖ ਜਪੀਐ, ਜਪਣਾ ਹੁੰਦਾ ਸਮਝਣਾ, ਜਿਵੇਂ ਪਹਿਲਾਂ ਕਿਸੇ ਨੇ ਜਪਿਆ। ਜੋ ਆ ਗੁਰਬਾਣੀ ਹੈ ਇਹ ਵੀ ਕਿਸੇ ਨੇ ਜਪੀ ਹੈ, ਉਹ ਵੀ ਸਾਨੂੰ ਦੱਸਦੇ ਹਨ ਕਿ ਤੁਸੀਂ ਵੀ ਇਹਨੂੰ ਜਪੋ। ਕਿਵੇਂ ਜਪਣਾ? ਲਾਈ ਧਿਆਨਾ। ਗੁਰਮੁਖ ਜਪੀਐ ਲਾਏ ਧਿਆਨਾ, ਕਿ ਧਿਆਨ ਲਾ ਕੇ ਜਪਣਾ, ਕਿ ਧਿਆਨ ਆਪਣੇ ਮੂਲ ਵਿੱਚ ਰੱਖਣਾ। ਜੋ ਜਾਣਕਾਰੀ ਲੈ ਰਹੇ ਹਾਂ ਉਹ ਜਾਣਕਾਰੀ ਕਾਹਦੀ ਲੈ ਰਹੇ ਹਾਂ? ਆਪਣੇ ਮੂਲ ਦੀ ਉਹ ਲੈ ਰਹੇ ਹਾਂ, ਆਪਣੇ ਆਪ ਦੀ ਜਾਣਕਾਰੀ ਲੈਣੀ। ਧਿਆਨ ਆਪਣੇ ਆਪ 'ਚ ਰੱਖਣਾ। ਨਿਜ ਪਦ ਉੱਪਰ ਲਾਗੋ ਧਿਆਨ, ਆਪਣੇ ਆਪ ਦਾ ਹੀ ਧਿਆਨ ਰੱਖਣਾ ਕਿ ਮਨ ਦੇ ਅੰਦਰ ਵਾਸ਼ਨਾਵਾਂ ਨਾ ਉੱਠਣ, ਵਿਕਾਰ ਨਾ ਉੱਠਣ। ਜਿਉਂ-ਜਿਉਂ ਅਸੀਂ ਆਪਣੇ ਮਨ ਨੂੰ ਵਿਚਾਰਦੇ ਚਲੇ ਜਾਵਾਂਗੇ ਤਾਂ ਸਾਨੂੰ ਸੋਝੀ ਹੁੰਦੀ ਚਲੀ ਜਾਵੇਗੀ। ਫਿਰ ਸਾਡੇ ਉੱਪਰ ਉਹੀ ਗੱਲ ਘਟੇਗੀ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਸੋ ਅਸੀਂ ਆਪਣੇ ਮੂਲ ਨੂੰ ਪਛਾਣਨਾ ਤੇ ਜਿਵੇਂ ਜਿਵੇਂ ਅਸੀਂ ਆਪਣੇ ਮੂਲ ਨੂੰ ਪਛਾਣਾਂਗੇ ਤਾਂ ਸਾਨੂੰ ਸੋਝੀ ਆਉਂਦੀ ਚਲੀ ਜਾਵੇਗੀ। ਸੋ ਪਾਤਸ਼ਾਹ ਕਹਿੰਦੇ ਗਾਵੈ ਕੋ ਗੁਣ ਵਡਿਆਈ ਵਿਚ ਆਚਾਰ, ਕਿ ਜਦੋਂ ਅਸੀਂ ਗੁਣ ਗਾਉਂਦੇ ਹਾਂ ਤਾਂ ਉਹਦੇ ਜਿਹੜੇ ਆਚਰਣ ਹੈ, ਉਹਦਾ ਜਿਹੜੇ ਲੱਛਣ ਨੇ ਉਹ ਸਾਡੇ ਵਿੱਚ ਵੀ ਆ ਜਾਣਗੇ। ਜਿਹੜੀਆਂ ਜੋਤੀਆਂ ਸੱਚਖੰਡ ਦੇ ਅੰਦਰ ਬੈਠੀਆਂ ਨੇ, ਇੱਕ ਨੇ, ਨਿਰਾਕਾਰ ਨੇ, ਉਹਨਾਂ ਵਾਲੇ ਹੀ ਗੁਣ ਸਾਡੇ ਵਿੱਚ ਆ ਜਾਣੇ ਆ। ਸਵੈਮ ਉਸੇ ਤਰ੍ਹਾਂ ਦਾ ਹੀ ਅਸੀਂ ਬਣ ਜਾਣਾ। ਸਾਡਾ ਸੁਭਾਅ ਵੀ ਫਿਰ ਉਹਦੇ ਵਰਗਾ ਹੋਵੇਗਾ ਜਿਵੇਂ ਪਾਤਸ਼ਾਹੀਆਂ ਦਾ ਸੀ ਵਾ ਭਗਤ ਸਾਹਿਬਾਨਾਂ ਦਾ ਸੀ। ਸੋ ਗਾਵੈ ਕੋ ਵਿਦਿਆ ਬਿਖਮ ਵਿਚਾਰ। ਹੁਣ ਉਸ ਤੋਂ ਜਿਹੜਾ ਅਗਲਾ ਬਚਨ ਹੈ, ਪਾਤਸ਼ਾਹ ਕਹਿੰਦਾ ਗਾਵੈ ਕੋ ਵਿਦਿਆ ਬਿਖਮ ਵਿਚਾਰ, ਕਿ ਜਿਹੜੀ ਵਿਦਿਆ ਹੈ ਇਹ ਬੜੀ ਔਖੀ ਹੈ, ਅਰੇ ਬੜੀ ਬਿਖਮ ਹੈ, ਬੜੀ ਕਠਨ ਹੈ। ਵਿਦਿਆ ਬਾਰੇ ਦੱਸਿਆ ਜਾਂਦਾ ਹੈ, ਜਿਵੇਂ ਹੁਣ ਅਸੀਂ ਸੰਸਾਰ ਦੇ ਵਿੱਚ ਜਿਹੜੀ ਸਾਨੂੰ ਪੜ੍ਹਾਈ ਜਾਂਦੀ ਹੈ, ਅਸੀਂ ਉਹਨੂੰ ਵਿਦਿਆ ਕਹਿੰਦੇ ਵੀ ਇਹ ਵਿਦਿਆ ਹੈ। ਉਹ ਸਾਡੀ ਬੋਲੀ ਮੁਤਾਬਕ ਵਿਦਿਆ ਤਾਂ ਹੈ, ਪਰ ਨਿਰਾਕਾਰ ਦੇ ਦੇਸ਼ ਵਾ ਸੱਚਖੰਡ ਦੇ ਅੰਦਰ ਉਹ ਵਿਦਿਆ ਨਹੀਂ ਹੈ। ਉਹਦੇ ਪਰਥਾਏ ਪਾਤਸ਼ਾਹ ਨੇ ਅੰਗ 486 ਉੱਪਰ ਵੀ ਵਚਨ ਕੀਤਾ, ਮਾਧੋ ਅਵਿਦਿਆ ਹਿਤਕੀਨ ਵਿਵੇਕ ਦੀਪ ਮਲੀਨ। ਕਿਉਂ ਅਵਿਦਿਆ? ਕਿਉਂਕਿ ਗੁਰਬਾਣੀ ਕਹਿੰਦੀ ਹੈ ਏਕ ਪਿਤਾ ਏਕਸ ਕੀ ਹਮ ਬਾਰਕ। ਗੁਰਬਾਣੀ ਕਹਿੰਦੀ ਹੈ ਹਰ ਜੀ ਮਾਤਾ ਹਰ ਜੀ ਪਿਤਾ ਹਮ ਹਰ ਕੇ ਬਾਲਕ। ਗੁਰਬਾਣੀ ਕਹਿੰਦੀ ਹੈ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਰ। ਹੁਣ ਸਾਡੇ ਸੰਸਾਰ 'ਚ ਰਿਸ਼ਤੇ ਹੋਰ ਨੇ, ਨਿਰਾਕਾਰੀ ਰਿਸ਼ਤੇ ਹੋਰ ਨੇ, ਭਾਵ ਕਿ ਜੋਤ ਹੋਰ ਚੀਜ਼ ਨਾਲ ਸੰਬੰਧ ਰੱਖਦੀ ਹੈ, ਜਾਤ ਹੋਰ ਚੀਜ਼ ਨਾਲ ਸੰਬੰਧ ਰੱਖਦੀ ਹੈ। ਜੋ ਸਾਨੂੰ ਸੰਸਾਰ 'ਚ ਪੜ੍ਹਾਇਆ ਜਾਂਦਾ ਹੈ ਉਹ ਸੱਚਖੰਡ ਦੀ ਦ੍ਰਿਸ਼ਟੀ ਤੋਂ ਅਵਿਦਿਆ ਹੈ। ਇਸੇ ਕਰਕੇ ਪਾਤਸ਼ਾਹ ਨੇ ਬਚਨ ਲਿਖਿਆ ਮਾਧੋ ਅਵਿਦਿਆ ਹਿਤਕੀਨ, ਕਿ ਹੇ ਮਾਧੋ ਜਿਹੜਾ ਸਾਡਾ ਮੂਲ ਹੈ ਉਹਨੇ ਕੀ ਕਰ ਲਿਆ? ਅਵਿਦਿਆ ਦੇ ਨਾਲ ਹਿੱਤ ਕਰ ਲਿਆ। ਉਹ ਵਿਦਿਆ ਨੂੰ ਛੱਡ ਕੇ, ਵਿਦਿਆ ਹੈ ਹੁਕਮ, ਹੁਕਮ ਨੂੰ ਛੱਡ ਕੇ ਜਿਹੜਾ ਹੁਕਮ ਨੇ ਰਚਨਾ ਰਚੀ ਹੈ, ਦੂਈ ਕੁਦਰਤ ਸਾਜੀ ਹੈ, ਮਾਇਆ ਜਿਹੜੀ ਹੈ ਰਚਨਾ ਰਚੀ ਗਈ ਹੈ, ਇਹ ਸਾਡੇ ਨਿਕਲਣ ਵਾਸਤੇ ਸੀ। ਇਹ ਮਾਇਆ ਚੋਂ ਅਸੀਂ ਹੁਕਮ ਬੁੱਝਣਾ ਸੀ। ਅਸੀਂ ਹੁਕਮ ਬੁੱਝਣ ਦੀ ਬਜਾਏ ਮਾਇਆ ਨਾਲ ਜੁੜ ਗਏ, ਰਚਨਾ ਨਾਲ ਜੁੜ ਗਏ, ਕਰਤਾ ਛੱਡ ਕੇ ਕੁਦਰਤ ਨਾਲ ਜੁੜ ਗਏ, ਦਾਤਾ ਛੱਡ ਕੇ ਦਾਤ ਨਾਲ ਜੁੜ ਗਏ। ਤਾਂ ਪਾਤਸ਼ਾਹ ਨੇ ਕਿਹਾ, ਕਹਿੰਦੇ ਵਿਵੇਕ ਦੀਪ ਮਲੀਨ। ਉਹ ਵਿਵੇਕ ਜਿਹੜਾ ਤੈਨੂੰ ਉੱਥੇ ਸੋਝੀ ਸੀ, ਜਿਹੜੀ ਵਿਦਿਆ ਉੱਥੇ ਸੀ ਤੇਰੇ ਕੋਲ, ਉਹ ਮਲੀਨ ਹੋ ਗਈ। ਉਹ ਦੀਪ ਹੈ, ਉਹ ਸੁਗਿਆਨ ਹੈ, ਰੌਸ਼ਨੀ ਹੈ, ਉਹ ਮਲੀਨ ਹੋ ਗਿਆ, ਉਹ ਮੈਲਾ ਹੋ ਗਿਆ।
ਕਿਉਂਕਿ ਹੇ ਮੇਰੇ ਮਨਾ ਹੁਣ ਤੂੰ ਇੱਥੇ ਹੀ ਸਾਰਾ ਕੁਝ ਸਮਝਦਾ ਹੈ। ਅੱਗੇ 193 ਅੰਗ ਦੇ ਉੱਪਰ ਵੀ ਪਾਤਸ਼ਾਹ ਕਹਿੰਦੇ ਬੇਖਮ ਸਾਗਰ 23 ਤਰੇ ਨਾਨਕ ਜਾ ਕੋ ਨਦਰ ਕਰੇ। ਇਹ ਬੇਖਮ ਸਾਗਰ ਹੈ, ਇਹੀ ਭਵ ਸਾਗਰ ਹੈ। ਇਹਦੇ ਜੋ 23 ਤਰੇ ਉਹੀ ਤਰਦੇ ਨੇ। ਤਰਨਾ ਇੱਥੋਂ ਹੀ ਹੈ। ਅਵਿਦਿਆ ਨੂੰ ਛੱਡ ਕੇ ਵਿਦਿਆ ਗ੍ਰਹਿਣ ਕਰਨੀ ਹੈ। ਜਿਹਨੇ ਵਿਦਿਆ ਗ੍ਰਹਿਣ ਕਰ ਲਈ ਉਹ ਤਰ ਜਾਂਦਾ ਹੈ। ਨਾਨਕ ਜਾ ਕੋ ਨਦਰ ਕਰੇ। ਨਾਨਕ ਪਾਤਸ਼ਾਹ ਕਹਿੰਦੇ ਜਾ ਕੋ ਨਦਰ ਕਰੇ, ਜਿਹਦੇ ਉੱਪਰ ਉਹਦੀ ਨਜ਼ਰ ਹੋ ਜਾਂਦੀ ਹੈ। ਪਹਿਲਾਂ ਆਤਮਾ ਪ੍ਰਾਤਮਾ বা ਮਨ ਚਿੱਤ ਇੱਕ ਕਰਨੇ ਆ। ਜਦੋਂ ਇਹ ਜੀਵ ਇੱਕ ਹੋ ਜਾਂਦਾ ਹੈ ਫਿਰ ਇਹ ਸੱਚਖੰਡ ਵਾਲਿਆਂ ਵਰਗਾ ਬਣ ਜਾਂਦਾ ਹੈ। ਇੱਕ ਹੋਣ ਤੋਂ ਬਾਅਦ ਫਿਰ ਭਗਤੀ ਸ਼ੁਰੂ ਹੁੰਦੀ ਹੈ। ਇੱਕ ਹੋਏ ਤਾਂ ਉਗਵ ਹੈ। ਉਹ ਜਿਹੜਾ ਉਗਣ ਹੈ ਉਹ ਹੈ ਸ਼ਬਦ ਗੁਰੂ, ਉਹ ਹੈ ਨਦਰ, ਉਹ ਹੈ ਧੁਰ ਕੀ ਬਾਣੀ। ਧੁਰ ਕੀ ਬਾਣੀ ਪ੍ਰਗਟ ਹੋਣ ਦੇ ਨਾਲ ਇਹ ਸੱਚਖੰਡ ਵਿੱਚ ਸਦਾ ਲਈ ਟਿਕ ਜਾਂਦਾ ਹੈ। ਤੇ ਜਿੰਨਾ ਚਿਰ ਧੁਰ ਕੀ ਬਾਣੀ ਪ੍ਰਗਟ ਨਹੀਂ ਹੁੰਦੀ, ਇੱਕ ਤਾਂ ਅਸੀਂ ਮਾਇਆ 'ਚ ਵੀ ਬਹੁਤ ਵਾਰੀ ਹੋ ਜਾਂਦੇ। ਜੇ ਇੱਕ ਹੋ ਕੇ ਹੀ ਸਰੀਰ ਛੁੱਟ ਜਾਵੇ, ਇੱਕ ਹੀ ਰਹਿ ਜਾਵੇ, ਤਾਂ ਦੁਬਾਰਾ ਸਰੀਰ ਕਰਕੇ ਜਨਮ ਫੇਰ ਲੈਣਾ ਪੈਂਦਾ ਹੈ। ਪਰ ਜਿਹੜਾ ਇੱਕ ਹੋ ਕੇ ਉੱਗ ਜਾਂਦਾ ਉਹ ਸਰੀਰ 'ਚ ਨਹੀਂ ਫਿਰ ਆਉਂਦਾ, ਉਹ ਨਿਰਾਕਾਰ ਸਰੂਪ ਹੈ। ਉਹ ਤਿੰਨੇ ਗੁਣਾਂ ਤੋਂ ਪਰੇ ਚਲੇ ਜਾਂਦਾ ਹੈ। ਸੋ ਉਹ ਔਖੀ ਖੇਡ ਹੈ, ਪਰ ਉਹ ਖੇਡਣੀ ਪੈਂਦੀ ਹੈ। ਪਾਤਸ਼ਾਹ ਕਹਿੰਦੇ ਗਾਵੈ ਕੋ ਵਿਦਿਆ ਬਿਖਮ ਵਿਚਾਰ। ਹੁਣ ਅਸੀਂ ਵੀ ਗਾਉਂਦੇ ਹਾਂ, ਅਸੀਂ ਸੰਸਾਰੀ ਜੋ ਪੜ੍ਹਾਈ ਹੈ ਇਹਨੂੰ ਵਿਦਿਆ ਸਮਝ ਕੇ ਗਾ ਰਹੇ, ਪਰ ਗਾ ਗੁਰਮੁਖ ਵੀ ਰਿਹਾ। ਗੁਰਮੁਖ ਉਹਦੀ ਰਚਨਾ ਜਿਹੜੀ ਰਚੀ ਹੋਈ ਹੈ ਉਹਨੂੰ ਦੇਖਦਾ ਹੈ। ਗੱਲ ਤਾਂ ਹੈਗੀ ਬੁੱਧ ਵੱਲ ਦੀ, ਕਿ ਦਰਗਾਹੀ ਜਿਹੜਾ ਹੁਕਮ ਹੈ ਉਹ ਕਿਵੇਂ ਵਰਤ ਰਿਹਾ। ਭਗਤ ਦੇਖਦੇ ਨੇ, ਭਗਤਾਂ ਦੇ ਸਾਹਮਣੇ ਹੁੰਦਾ ਹੁਕਮ, ਔਰ ਉਸ ਨੂੰ ਵੇਖ ਕੇ ਉਹ ਪ੍ਰਸੰਨ ਹੁੰਦੇ ਨੇ ਤੇ ਹੈਰਾਨ ਵੀ ਹੁੰਦੇ ਨੇ ਵੀ ਕਿਹੋ ਜੀ ਬੁੱਧੀ ਹੈ ਪਰਮੇਸ਼ਰ ਦੀ, ਕੈਸਾ ਹੁਕਮ ਹੈ, ਕਿਹੋ ਜੀ ਖੇਡ ਖੇਡੀ ਹੋਈ ਹੈ, ਕੈਸੀ ਇਹ ਵਿਦਿਆ ਹੈ। ਇਹ ਸਮਝ ਤੋਂ ਪਰੇ ਹੈ। ਕੁਛ ਵੀ ਸਮਝ ਨਹੀਂ ਲੱਗ ਰਿਹਾ ਕਿਸ ਤਰ੍ਹਾਂ ਇਹ ਵਰਤਾਰਾ ਵਰਤ ਰਿਹਾ, ਕਿਵੇਂ ਹੁਕਮ ਵਰਤਾਰਾ ਵਰਤਾ ਰਿਹਾ। ਇਸ ਵਿਦਿਆ ਦੀ ਵਿਚਾਰ ਕਰਨੀ ਬੜੀ ਔਖੀ ਹੈ। ਇਸੇ ਕਰਕੇ ਗੁਰਬਾਣੀ ਦੇ ਅੰਦਰ ਹੁਕਮ ਬਾਰੇ ਦੱਸਿਆ ਗਿਆ, ਹੁਕਮ ਕੀ ਹੈ ਉਹ ਨਹੀਂ ਦੱਸਿਆ ਗਿਆ। ਗੁਰਬਾਣੀ ਹੁਕਮ ਦੀ ਬੁੱਝਣ ਦੀ ਗੱਲ ਕਰਦੀ ਹੈ। ਗੁਰਬਾਣੀ ਕਹਿੰਦੀ ਹੁਕਮ ਬੂਝ ਪਰਮ ਪਦ ਪਾਈ, ਪਰ ਹੁਕਮ ਬੁੱਝਣਾ ਪਊਗਾ। ਹੁਣ ਹੁਕਮ ਕੀ ਹੈ ਇਹ ਤਾਂ ਬੁੱਝੇ ਤਾਂ ਪਤਾ ਲੱਗੂਗਾ ਕਿ ਹੁਕਮ ਕੀ ਹੈ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੁੱਝੈ ਤਾਂ। ਹੇ ਮੇਰੇ ਮਨਾ ਜੇ ਹੁਕਮ ਬੁੱਝ ਲਵੇਂ ਤਾਂ ਹਉਮੈ ਕਹਿਣਾ। ਬਸ ਆਹ ਗੱਲ ਹੈ ਕਿ ਜਦੋਂ ਤੇਰੇ ਅੰਦਰ ਹਉਮੈ ਨਹੀਂ ਹੈਗੀ ਤਾਂ ਸਮਝ ਲੈ ਤੈਂ ਹੁਕਮ ਬੁੱਝ ਲਿਆ। ਜਿੰਨਾ ਚਿਰ ਤੇਰੇ ਅੰਦਰ ਹਉਮੈ ਦਾ ਪ੍ਰਭਾਵ ਹੈ ਉਨਾ ਚਿਰ ਹੁਕਮ ਨਹੀਂ ਬੁੱਝਿਆ ਗਿਆ। ਔਰ ਹੁਕਮ ਬੁੱਝੇ ਤੋਂ ਬਿਨਾ ਪ੍ਰਾਪਤੀ ਵੀ ਨਹੀਂ ਹੈ, ਕਿਉਂਕਿ ਹੁਕਮ ਬੂਝ ਪਰਮ ਪਦ ਪਾਏ। ਪਰਮ ਪਦ ਜਿਹੜਾ ਤੇਰਾ ਅਸਲੀ ਸਰੂਪ ਹੈ ਉਹੀ ਤੇਰਾ ਪਰਮ ਪਦ ਹੈ। ਨਿਜ ਪਦ ਹੈ ਜਿਹੜਾ ਆਪਣਾ ਮੂਲ ਨੂੰ ਪਛਾਣ ਲੈਣਾ, ਮਨ ਦਾ ਤਾਂ ਉਹੀ ਨਿਜ ਪਦ ਹੈ ਨਾ, ਉਹੀ ਪਰਮ ਪਦ ਹੈ। ਆਤਮਾ ਨੇ ਪ੍ਰਾਤਮਾ 'ਚ ਸਮਾਉਣਾ ਹੀ ਪਰਮ ਪਦ ਹੈ। ਸੋ ਔਖੀ ਖੇਡ ਹੈ, ਪਰ ਭਗਤ ਨੇ ਜਿਹੜੇ ਉਹ ਪ੍ਰਸੰਨ ਹੁੰਦੇ ਨੇ, ਬੜੇ ਖੁਸ਼ ਹੁੰਦੇ ਨੇ ਕਿ ਮਾਟੀ ਕੋ ਪੁੱਤਰਾ ਕੈਸੇ ਨੱਚਦਾ ਹੈ। ਵੀ ਕਿਵੇਂ ਇਹ ਸਰੀਰ ਨੇ, ਕਿਵੇਂ ਇਹਨਾਂ ਦੇ ਅੰਦਰ ਜੋਤ ਹੈ, ਕਿਵੇਂ ਤੁਰਦੇ ਫਿਰਦੇ ਨੇ। ਕਿਸੇ ਦੀ ਇੱਕ ਦੂਜੇ ਨਾਲ ਸਰੀਰ ਵੀ ਨਹੀਂ ਰਲਦੇ ਤੇ ਸੋਚ ਵੀ ਨਹੀਂ ਰਲ ਰਹੀ। ਬੁੱਧ ਵੱਲ ਵੀ ਸਭ ਦਾ ਵੱਖੋ ਵੱਖਰਾ ਹੈ, ਪਰ ਮਿੱਟੀ ਸਾਰਿਆਂ ਦੀ ਇੱਕੋ ਜਿਹੀ ਹੋਈ ਹੈ। ਤੱਤ ਉਹੀ ਨੇ ਸਾਰਿਆਂ ਦੇ ਅੰਦਰ, ਪਰ ਬੁੱਧ ਵੱਲ ਦਾ ਬੜਾ ਫਰਕ ਹੈ। ਕਿਵੇਂ ਆਤਮਾ ਸਰੀਰ ਨਾਲ ਜੁੜੀ ਹੋਈ ਹੈ ਤੇ ਕਿਵੇਂ ਆਤਮਾ ਕੀੜੀ ਦੇ ਅੰਦਰ ਵੀ ਉਹੀ ਹੈ, ਸਰੀਰ ਦੇ ਅੰਦਰ ਵੀ ਉਹੀ ਹੈ, ਮਨਮੁਖ ਦੇ ਅੰਦਰ ਵੀ ਉਹੀ ਹੈ, ਗੁਰਮੁਖ ਦੇ ਅੰਦਰ ਵੀ ਉਹੀ ਹੈ। ਕਿੱਡੇ ਕਿੱਡੇ ਦਰਖਤ ਨੇ, ਉਹਨਾਂ ਦਰਖਤਾਂ ਦੇ ਪੱਤੇ ਇੱਕ ਦੂਜੇ ਨਾਲ ਨਹੀਂ ਰਲਦੇ, ਫਲ ਨਹੀਂ ਰਲਦੇ, ਫੁੱਲ ਨਹੀਂ ਰਲਦੇ, ਸਭ ਦਾ ਵੱਖੋ ਵੱਖਰਾ ਹੈ। ਇਹ ਹੈ ਉਹਦੀ ਵਿਦਿਆ ਦੀ ਬਿਖਮ ਵਿਚਾਰ। ਬੜਾ ਅਜੀਬ ਰਚਨਾ ਹੈ ਪਰਮੇਸ਼ਰ ਨੇ ਰਚੀ ਹੋਈ। ਸੋ ਜਿਹੜੇ ਗੁਰਮੁਖ ਨੇ ਉਸ ਹੁਕਮ ਨੂੰ ਪਛਾਣ ਲੈਂਦੇ, ਬੁੱਝ ਲੈਂਦੇ,
ਕਿ ਇਹਨਾਂ ਦੇ ਅੰਦਰ ਜਿਹੜੀ ਜੋਤ ਹੈ ਉਹਦੀ ਕਰਾਮਾਤ ਹੈ। ਉਹੀ ਜੋਤ ਹੁਣ ਸਾਡੇ ਅੰਦਰ ਵੀ ਹੈ ਤੇ ਸਾਡੇ ਅੰਦਰ ਵੀ ਉਹੀ ਕਰਾਮਾਤ ਵਰਤਦੀ ਹੈ। ਆਪਣੇ ਮੂਲ ਨੂੰ ਗਾਉਣ ਲਈ ਵਿਦਿਆ ਚਾਹੀਦੀ ਹੈ। ਵਿਦਿਆ ਤੋਂ ਬਿਨਾਂ ਆਪਣੇ ਮੂਲ ਨਾਲ ਜੁੜਿਆ ਨਹੀਂ ਜਾ ਸਕਦਾ। ਸੋ ਇਹ ਔਖਾ ਕੰਮ ਹੈ, ਇੰਨਾ ਸੌਖਾ ਵੀ ਨਹੀਂ। ਗੁਰਬਾਣੀ ਵੀ ਕਹਿੰਦੀ ਹੈ ਵਿਦਿਆ ਸੁੱਧ ਹੈ ਪਰਮ ਤਤ ਲੈ। ਪਹਿਲਾਂ ਵਿਦਿਆ ਸੁੱਧ ਨਹੀਂ ਪੈਂਦੀ, ਫੇਰ ਹੀ ਪਰਮ ਤਤ ਦੀ ਪ੍ਰਾਪਤੀ ਹੋਣੀ ਹੈ। ਜਿਵੇਂ ਗੁਰਬਾਣੀ ਵੀ ਸੁੱਧ ਨਹੀਂ ਪੈਂਦੀ। ਕਿਵੇਂ ਸੁੱਧ ਨਹੀਂ ਪੈਂਦੀ? ਕਿਉਂਕਿ ਗੁਰਬਾਣੀ ਦੇ ਵਿੱਚ ਕਿਸੇ ਚੀਜ਼ ਦੇ ਪ੍ਰਮਾਣ ਦਿੱਤੇ ਗਏ। ਅਸੀਂ ਉਹਨਾਂ ਪ੍ਰਮਾਣਾਂ ਦੇ ਵਿੱਚੋਂ ਤੱਤ ਨੂੰ ਲੱਭਣਾ ਹੈ। ਪਰ ਹੇ ਮੇਰੇ ਮਨਾ, ਤੂੰ ਕੀ ਕਰ ਲਿਆ? ਇਸੇ ਕਰਕੇ ਤੇਰੇ ਅੰਦਰ ਵਿਕਾਸ ਨਹੀਂ ਹੋ ਰਿਹਾ, ਹੁਕਮ ਬੁੱਝ ਨਹੀਂ ਹੋ ਰਿਹਾ, ਕਿਉਂਕਿ ਤੂੰ ਪ੍ਰਮਾਣਾਂ ਨੂੰ ਸੱਚ ਮੰਨ ਕੇ ਬੈਠ ਗਿਆ। ਤੂੰ ਪ੍ਰਮਾਣਾਂ ਨਾਲ ਜੁੜ ਗਿਆ। ਜਿਹਦੇ ਬਾਰੇ ਪ੍ਰਮਾਣ ਦਿੱਤਾ ਗਿਆ ਉਹ ਤੂੰ ਵਿਸਾਰਦਾ। ਇਸੇ ਕਰਕੇ ਕਹਿੰਦੇ ਵਿਸਰਿਆ ਜਿਨੀ ਨਾਮ। ਤੈਨੂੰ ਨਾਮ ਵਿਸਰਿਆ। ਭੋਵੇਂ ਭਾਰ ਥੀਏ। ਇਸੇ ਕਰਕੇ ਤੇਰੇ ਹਿਰਦੇ ਦੇ ਅੰਦਰ ਭਾਰ ਹੈ। ਭੋਵੇਂ ਹੁੰਦਾ ਹਿਰਦਾ, ਧਰਤੀ, ਉਹਦੇ ਅੰਦਰ ਭਾਰ ਹੈ। ਹਉਮੈ, ਮੋਹ, ਭਰਮ, ਭੈ, ਭਾਰ। ਇਸ ਭਰਮ ਦੇ ਭੈ ਭਾਰ ਦੇ ਵਿੱਚ ਹੀ ਤੇਰਾ ਜੀਵਨ ਬਤੀਤ ਹੋ ਰਿਹਾ। ਅੰਗ 1363 ਦੇ ਉੱਪਰ ਹੀ ਪਾਤਸ਼ਾਹ ਕਹਿੰਦੇ ਹੈ ਕੋ ਐਸਾ ਮੀਤ ਜੋ ਤੋਰੈ ਬਿਖਮ ਗਾਠ। ਕਹਿੰਦੇ ਕੋਈ ਹੈ ਕਿ ਐਸਾ ਮਿੱਤਰ ਕਿ ਜਿਹੜਾ ਮੇਰੇ ਅੰਦਰੋਂ ਇਹ ਜਿਹੜੀ ਬਿਖਮ ਦੀ ਗੱਠ ਹੈ ਇਹ ਤੋੜ ਦੇਵੇ। ਹੁਣ ਬਿਖਮ ਗਾਂਠ ਹੈ, ਬੜਾ ਔਖਾ ਹੈ ਸਰੀਰ ਚੋਂ ਆਤਮਾ ਨੂੰ ਤੋੜਨਾ, ਮਨ ਨੂੰ ਮਾਇਆ ਚੋਂ ਤੋੜਨਾ ਬਹੁਤ ਔਖਾ ਹੈ। ਪਰ ਕੋਈ ਗੁਰਮੁਖ ਹੋਵੇ ਉਹ ਸੁਗਿਆਨ ਦੇ ਦੇਵੇ, ਅਰ ਹੇ ਮੇਰੇ ਮਨਾ ਤੂੰ ਉਸ ਸੁਗਿਆਨ ਨੂੰ ਆਪਣੇ ਤੇ ਲਾਗੂ ਕਰ ਲਵੇਂ ਤਾਂ ਗੱਠ ਟੁੱਟ ਜਾਂਦੀ ਹੈ। ਪਰ ਜੇ ਗਿਆਨ ਗਲਤ ਮਿਲ ਜਾਵੇ ਤਾਂ ਗੱਠ ਪੈਂਦੀ ਵੀ ਪੈ ਜਾਂਦੀ ਹੈ, ਗੱਠ ਪੱਕੀ ਵੀ ਪੈ ਜਾਂਦੀ ਹੈ। ਫਿਰ ਭਾਵੇਂ ਕੋਈ ਜਿੰਨਾ ਮਰਜ਼ੀ ਆ ਕੇ ਕਹੀ ਚੱਲੇ ਵੀ ਤੂੰ ਗੱਠ ਗਲਤ ਪਾ ਰਹੀ, ਫੇਰ ਨਹੀਂ ਮਨ ਮੰਨਦਾ, ਕਿਉਂਕਿ ਮਨ ਕਹਿੰਦਾ ਵੀ ਨਹੀਂ, ਤੈਨੂੰ ਨਹੀਂ ਪਤਾ। ਇਸੇ ਕਰਕੇ ਪਾਤਸ਼ਾਹੀਆਂ ਦੀ ਜਾਂ ਭਗਤ ਸਾਹਿਬਾਨਾਂ ਦੀ ਗੱਲ ਉਸ ਵੇਲੇ ਵੀ ਧਰਮ ਦੇ ਆਗੂਆਂ ਨੇ ਨਹੀਂ ਮੰਨੀ ਸੀ। ਸਿਰਫ ਧਰਮ ਦੇ ਆਗੂਆਂ ਨੇ ਨਹੀਂ ਮੰਨੀ, ਆਮ ਲੋਕ ਤਾਂ ਮਾੜੀ ਮੋਟੀ ਮੰਨਦੇ ਸੀ, ਪਰ ਜਿਹੜੇ ਧਰਮ ਦੇ ਆਗੂ ਸੀ ਉਹ ਨਹੀਂ ਸੀ ਮੰਨਦੇ, ਕਿਉਂਕਿ ਉਹਨਾਂ ਨੇ ਗੰਢ ਪੀਂਢੀ ਪਾਈ ਹੋਈ ਸੀ। ਉਹਨਾਂ ਤਾਂ ਪੱਕੀ ਕਰ ਲਈ ਸੀ ਵੀ ਇੱਥੇ ਹੀ ਸਭ ਕੁਛ ਹੈ, ਇਸ ਧਰਤੀ ਦੇ ਉੱਪਰ ਹੀ ਸਾਰਾ ਕੁਛ। ਉਹ ਗੱਲਾਂ ਜ਼ਰੂਰ ਪਰੇ ਦੀਆਂ ਕਰਦੇ ਨੇ, ਬਾਤਨ ਹੀ ਅਸਮਾਨ ਗਿਰਾਵੈ, ਗੱਲਾਂ ਨਾ ਤਾਂ ਉਹ ਅਸਮਾਨ ਨੂੰ ਸਿੱਟਣ ਤੱਕ ਤਿਆਰ ਨੇ, ਪਰ ਮੁੜ ਕੇ ਫੇਰ ਗੱਲ ਇਸੇ ਧਰਤੀ ਤੇ ਲਿਆਉਂਦੇ। ਘੰਟਾ 2 ਘੰਟਾ ਗੱਲਾਂ ਗੁਰਬਾਣੀ ਦੀਆਂ ਕਰਕੇ ਹੇ ਮੇਰੇ ਮਨਾ ਤੂੰ ਵੀ ਇਹੀ ਹਾਲਾਤਾਂ 'ਚ ਗੁਜ਼ਰਦਾ, ਅਖੀਰ ਦੇ ਵਿੱਚ ਗੱਲ ਇੱਥੋਂ ਦੀ ਉਹ ਫੇਰ ਲਿਆਉਣਾ ਵੀ ਇੱਥੇ ਹੀ ਹੈ ਜੀ ਸਭ ਕੁਛ। ਫਿਰ ਮਾਇਆ ਨਾਲ ਜੁੜਦਾ। ਪਰ ਜੇ ਤੂੰ ਨਿਰੋਲ ਸੱਚ ਨਾਲ ਜੁੜਿਆ ਰਹੇ ਫਿਰ ਪ੍ਰਾਪਤੀ ਤਾਂ ਹੈ। ਪਰ ਜੇ ਮਾੜੀ ਮੋਟੀ ਵੀ ਮਾਇਆ ਮਿਕਸ ਹੈ ਫਿਰ ਪ੍ਰਾਪਤੀ ਨੇ 19 ਥਾਂ ਕੱਚੀ ਰਹਿ ਜਾਣੀ ਹੈ। ਸੋ ਸਾਡੀ ਗੰਢ ਹੈ ਜਿਹੜੀ ਇੱਥੇ ਪੱਕੀ ਪੈ ਚੁੱਕੀ ਹੈ। ਇਸੇ ਕਰਕੇ ਪਾਤਸ਼ਾਹ ਕਹਿੰਦੇ ਕੋਈ ਜੇ ਮਿੱਤਰ ਹੈ ਨਾ ਤੁਹਾਡਾ ਇੱਥੇ ਤਾਂ ਉਹਨੂੰ ਇਹ ਗੱਲ ਕਹੋ ਵੀ ਸਾਡੀ ਗੱਠ ਖੋਲ। ਜੇ ਇਸ ਧਰਤੀ ਦੇ ਉੱਪਰ ਚਾਹੇ ਕੋਈ ਸੰਤ ਹੈ, ਚਾਹੇ ਕੋਈ ਬਾਬਾ ਹੈ, ਚਾਹੇ ਕੋਈ ਵੀ ਹੈ, ਧਾਰਮਿਕ ਆਗੂ ਹੈ, ਪੁਜਾਰੀ ਹੈ, ਜਥੇਦਾਰ ਹੈ, ਉਹਨੂੰ ਜਾ ਕੇ ਇਹ ਗੱਲ ਆਖੋ ਕਿ ਸਾਡੀ ਜਿਹੜੀ ਮਾਇਆ ਨਾਲ ਗੱਠ ਪਈ ਹੈ ਖੋਲੋ, ਸਾਨੂੰ ਇਹਦਾ ਇਲਾਜ ਦੱਸੋ ਕਿਵੇਂ ਖੋਲਣੀ ਹੈ। ਖੋਲਾਂਗੇ ਅਸੀਂ, ਪਰ ਸਾਨੂੰ ਦੱਸੋ ਸਹੀ। ਪਰ ਉਹਦੀ ਨਿਸ਼ਾਨੀ ਵੀ ਹੈ ਕਿ ਜਦੋਂ ਉਹ ਸਾਡੀ ਗੱਠ ਖੁੱਲਣੀ ਹੈ ਤਾਂ ਉਹਦੀ ਨਿਸ਼ਾਨੀ ਵੀ ਪਾਤਸ਼ਾਹ ਨੇ ਦੱਸਿਆ ਵੀ ਕਿਤੇ ਭੁਲੇਖਾ ਹੀ ਨਾ ਪੈ ਜਾਵੇ ਤੁਹਾਨੂੰ। ਉਹ ਕੀ ਹੈ? ਨਾਨਕ ਇੱਕ ਸ੍ਰੀ ਧਰਨਾਥ ਜੇ ਟੂਟੇ ਲਾਏ 60। ਆਹ ਗੱਲ ਹੈ। ਨਾਨਕ ਜੀ ਕਹਿੰਦੇ ਇੱਕ ਸ੍ਰੀ ਧਰ, ਕਹਿੰਦੇ ਜਦੋਂ ਤੁਸੀਂ ਉਸ ਗੱਠ ਨੂੰ ਖੋਲੋਗੇ ਤਾਂ ਜਿਹੜਾ ਇੱਕ ਹੋ ਕੇ ਜਿਹੜਾ ਸ੍ਰੀ ਧਰ ਹੈ, ਸ੍ਰੀ ਧਰ ਹੈ ਹੁਕਮ, ਸ੍ਰੀ ਹੈ ਹੁਕਮ, ਸ਼੍ਰੋਮਣੀ ਜਿਹੜਾ ਹਿਰਦੇ ਦੇ ਵਿੱਚ ਬੈਠਾ,
ਜਿਹੜਾ ਸਾਡਾ ਆਪਣਾ ਮੂਲ ਹੈ। ਧਾਰ ਉਹੀ ਨਾਥ ਹੈ, ਕਿਉਂਕਿ ਉਹਨੇ ਨੱਥਿਆ ਹੋਇਆ ਸਾਨੂੰ। ਜੇ ਟੂਟ ਲਏ ਸਾਠ, ਕਹਿੰਦੇ ਜੇ ਤੂੰ ਸੰਸਾਰ ਨਾਲੋਂ ਤੋੜ ਲਈ ਤਾਂ ਤੇਰੀ ਉਹਦੇ ਨਾਲ ਸਾਠ ਵੀ ਪੈ ਜਾਣੀ ਹੈ, ਤਾਂ ਤੇਰੀ ਉਹਦੇ ਨਾਲ ਗੰਢ ਪੈ ਜਾਣੀ ਹੈ। ਇਹ ਨਿਸ਼ਾਨੀ ਹੈ ਕਿ ਜੇ ਸੰਸਾਰ ਨਾਲੋਂ ਗੰਢ ਟੁੱਟੂਗੀ ਤਾਂ ਨਿਰਾਕਾਰ ਨਾ ਪਊਗੀ। ਸਾਚੀ ਪ੍ਰੀਤ ਹਮ ਤੁਮ ਸੰਗ ਜੋਰੀ, ਤੁਮ ਸੰਗ ਜੋਰ ਅਵਰ ਸੰਗ ਤੋੜੀ ਹੈ। ਦੂਜਿਆਂ ਨਾਲੋਂ ਟੁੱਟੂਗੀ ਉਹ ਟੁੱਟੂਗੀ, ਇਹ ਨਹੀਂ ਹੋ ਸਕਦਾ। ਸਰੀਰ ਕਰਕੇ ਵਿਚਰੇਗਾ ਜ਼ਰੂਰ, ਪਰ ਅੰਦਰੋਂ ਨਹੀਂ ਤੇਰਾ ਕੋਈ ਲਗਾਓ ਕਿਸੇ ਨਾਲ। ਸਰੀਰ ਕਰਕੇ ਤਾਂ ਰਹਿਣਾ ਹੀ ਹੈ ਮਾਇਆ 'ਚ, ਗੁਰਮੁਖ ਮਾਇਆ ਵਿੱਚ ਉਦਾਸੀ ਇਹੀ ਗੱਲ ਹੈ, ਪਰ ਸੰਸਾਰ ਦੇ ਅੰਦਰ ਨਹੀਂ ਜੁੜੇਗਾ। ਇਸੇ ਕਰਕੇ ਇਹ ਬਿਖਮ ਵਿਦਿਆ ਵਿਚਾਰ ਹੈ। ਇਹ ਬੜੀ ਔਖੀ ਹੈ। ਗਾਵੇ ਕੋ ਵਿਦਿਆ ਬਿਖਮ ਵਿਚਾਰ। ਇਸ ਵਿਦਿਆ ਦੀ ਜੇ ਵਿਚਾਰ ਵੀ ਕਰਨੀ ਉਹ ਵੀ ਔਖੀ ਹੈ। ਇਹ ਤਾਂ ਗੁਰਬਾਣੀ 'ਚ ਵਚਨ ਹੈ ਕਿ ਵਿਦਿਆ ਬਾਰੇ ਕੁਝ ਦੱਸਣਾ ਬੜਾ ਔਖਾ ਹੈ, ਬੜਾ ਕਠਿਨ। ਆਖਣ ਔਖਾ ਸਾਚਾ ਨਾ ਹੋ, ਕਿਉਂਕਿ ਇੱਥੇ ਹੁਕਮ ਦੇ ਨਾਲ ਦੀ ਕੋਈ ਚੀਜ਼ ਹੈ ਨਹੀਂ। ਹੁਕਮ ਨੂੰ ਬੁੱਝ ਕੇ ਉਹਦਾ ਪ੍ਰਮਾਣ ਦਿੱਤਾ ਜਾਂਦਾ। ਜਿਵੇਂ ਪਾਤਸ਼ਾਹ ਨੇ ਕਹਿੰਦਾ ਪਵਨ ਗੁਰੂ, ਹੁਣ ਨਾਲੇ ਤਾਂ ਕਹਿੰਦੇ ਵੀ ਗੁਰੂ ਪਰਮੇਸ਼ਰ ਹੈ, ਕੋਈ ਕਹਿੰਦਾ ਗੁਰੂ ਗਿਆਨ ਹੈ, ਕੋਈ ਕਹਿੰਦਾ ਗੁਰੂ ਗੁਰੂ ਨਾਨਕ ਹੈ, ਕੋਈ ਕਹਿੰਦਾ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹੈ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿ ਰਿਹਾ। ਪਰ ਗੁਰਬਾਣੀ 'ਚ ਕੀ ਲਿਖਿਆ? ਪਵਨ ਗੁਰੂ। ਹੁਣ ਪਵਨ ਜਿਹੜਾ ਸ਼ਬਦ ਹੈ ਉਹਦੀ ਪ੍ਰਮਾਣ ਦਿੱਤਾ ਹੈ। ਅਸਲ ਚੀਜ਼ ਗੁਰੂ ਹੈ, ਗੁਰੂ ਦਾ ਪ੍ਰਮਾਣ ਦੇਤਾ ਕਿ ਪਵਨ ਹੈ ਜਿਹੜੀ, ਇਹਦੇ ਅਨੁਸਾਰ ਚੱਲਣਾ। ਪਵਨ ਕੀ ਹੈ? ਹਵਾ। ਹਵਾ ਦੇ ਵਿੱਚੋਂ ਹੀ ਸਾਨੂੰ ਗਿਆਨ ਮਿਲਣਾ, ਕਿਉਂਕਿ ਸਾਡੇ ਕੋਲ ਗਿਆਨ ਇੰਦਰੀ ਹੈ। ਗੁਰੂ ਤੱਕ ਪਹੁੰਚਣ ਦੇ ਲਈ ਤੁਹਾਨੂੰ ਪਹਿਲਾਂ ਗਿਆਨ ਲੈਣਾ ਪਊਗਾ। ਜਦੋਂ ਤੁਸੀਂ ਗਿਆਨ ਪੂਰਾ ਕਰ ਲਿਆ, ਫਿਰ ਤੁਹਾਨੂੰ ਗੁਰੂ ਦੀ ਸੋਝੀ ਹੋਣੀ ਹੈ, ਫਿਰ ਤੁਹਾਡਾ ਧਿਆਨ ਜਾਊਗਾ ਉਹਦੇ 'ਚ। ਪਾਣੀ ਪਿਤਾ ਹੈ। ਪਿਤਾ ਕੀ ਹੈ? ਸਾਡਾ ਮੂਲ ਹੈ, ਜਿਹਦੇ 'ਚੋਂ ਅਸੀਂ ਪੈਦਾ ਹੋਏ ਹਾਂ। ਉਹਦੇ 'ਚੋਂ ਪਾਣੀ ਪੈਦਾ ਹੋਇਆ। ਹੁਣ ਪਾਣੀ ਕੀ ਹੈ? ਸਾਡਾ ਮਨ। ਪਾਣੀ ਮੈਲਾ ਨਹੀਂ ਹੁੰਦਾ, ਸਾਡਾ ਮਨ ਮੈਲਾ ਨਹੀਂ ਹੁੰਦਾ। ਪਾਣੀ ਗਰਮ ਨਹੀਂ ਹੁੰਦਾ, ਸਾਡਾ ਮਨ ਗਰਮ ਹੋ ਜਾਂਦਾ। ਸਾਡੇ ਮਨ ਦੇ ਉੱਪਰ ਕਿਸੇ ਚੀਜ਼ ਦਾ ਪ੍ਰਭਾਵ ਹੈ। ਤਾਂ ਪਾਤਸ਼ਾਹ ਨੇ ਲਿਖਿਆ ਸੀ ਜਿਹੜਾ ਪਾਣੀ ਪਿਤਾ, ਕਹਿੰਦੇ ਜਿਹੜਾ ਤੇਰਾ ਪਿਤਾ ਹੈ, ਮੂਲ ਹੈ, ਉਹ ਹੁਣ ਪਾਣੀ ਦੇ ਵੱਤ ਚੱਲਦਾ ਹੈ। ਉਹ ਕਿਸੇ ਦਾ ਪ੍ਰਭਾਵ ਕਬੂਲ ਕਰਦਾ। ਜਿਹਦੀਆਂ ਗੱਲਾਂ ਸੁਣ ਲਈ ਅਸੀਂ ਉਧਰ ਨੂੰ ਹੀ ਹੋ ਜਾਂਦੇ ਹਾਂ, ਪਰ ਸਾਨੂੰ ਆਪਣੇ ਆਪ ਦਾ ਚੇਤਾ ਨਹੀਂ ਆਉਂਦਾ ਕਿ ਅਸੀਂ ਕੌਣ ਹੈ। ਤਾਂ ਹੀ ਮੂਹਰੇ ਪਵਨ ਗੁਰੂ ਲਿਖਿਆ ਸੀ ਕਿ ਉਹ ਗਿਆਨ ਲਈ, ਉਹ ਸੋਝੀ ਪ੍ਰਾਪਤ ਕਰੀ ਜਿਹੜਾ ਤੈਨੂੰ ਸ਼ੁੱਧ ਕਰ ਦੇਵੇ। ਪਾਣੀ ਹੀ ਸ਼ੁੱਧ ਹੁੰਦਾ ਹੈ, ਪਾਣੀ ਹੀ ਸਾਫ਼ ਹੁੰਦਾ ਹੈ। ਇਸੇ ਕਰਕੇ ਸਾਡੇ ਮੂਲ ਨੇ ਹੀ ਸ਼ੁੱਧ ਹੋਣਾ, ਉਹਨੇ ਹੀ ਸੱਚ ਸਰੂਪ ਬਣ ਕੇ ਵਾਪਸ ਜਾਣਾ ਹੈ। ਹੁਣ ਵੀ ਸੱਚ ਸਰੂਪ ਹੀ, ਪਰ ਮੈਲ ਹੈ ਵਿੱਚ। ਮੈਲ ਕੀ ਹੈ? ਮਨ ਪੈਦਾ ਕੀਤਾ ਹੋਇਆ। ਜਨਮ ਜਨਮ ਕੀ ਇਸ ਮਨ ਕੋਮਲ ਲੱਗ ਗਈ ਹੈ। ਸੋ ਸਾਠ ਹੁੰਦੀ ਹੈ ਗੰਢ ਪੈ ਜਾਣੀ। ਨਾਨਕ ਜੀ ਪਾਤਸ਼ਾਹ ਕਹਿੰਦੇ ਇੱਕ ਹੋ ਕੇ ਜਿਹੜਾ ਸ੍ਰੀ ਧਰਨਾਥ ਹੈ, ਹੁਕਮ ਹੈ, ਸਾਡਾ ਮੂਲ ਹੈ, ਉਹਦੇ ਨਾਲ ਗੰਢ ਪੈ ਜਾਂਦੀ ਹੈ। ਜੇ ਕੋਈ ਇਹੋ ਜਿਹਾ ਸੰਤ ਇੱਥੇ ਹੋਵੇ, ਉਹ ਹਰਕਾ ਸੰਤ ਹੈ, ਉਹ ਕੱਲਾ ਸੰਤ ਨਹੀਂ ਹੁੰਦਾ। ਕੱਲਾ ਸੰਤ ਮਾਇਆਧਾਰੀ ਹੁੰਦਾ, ਹਰਕਾ ਸੰਤ ਨਿਰਾਕਾਰੀ ਸੰਤ ਹੁੰਦਾ, ਕਿਉਂਕਿ ਉਹ ਹਰਕਾ ਸੰਤ ਉਹ ਕਿਸੇ ਦਾ ਸੰਤ ਹੈ। ਗੁਰਬਾਣੀ ਨੇ ਸਿੱਧਾ ਫੈਸਲਾ ਲਿਖਿਆ, ਉਹ ਇਹ ਹਰ ਕੇ ਸੰਤ ਨਾ ਆਖੀਏ। ਇਹ ਹਰ ਦੇ ਸੰਤ ਨਹੀਂ ਹੈਗੇ। ਵਾਹ ਨਾ ਰਸ ਕੇ ਠੱਗ, ਇਹ ਤਾਂ ਬਿਨਾਂ ਰਸ ਤੋਂ ਨੇ। ਇਸੇ ਕਰਕੇ ਤਾਂ ਠੱਗੀ ਮਾਰਦੇ ਆ। ਇਸੇ ਕਰਕੇ ਤਾਂ ਸੰਸਾਰ ਨੂੰ, ਸੰਸਾਰ ਦੇ ਜੀਵਾਂ ਨੂੰ ਨਿਰਾਕਾਰ ਨਾਲੋਂ ਤੋੜ ਕੇ, ਸੱਚਖੰਡ ਨਾਲੋਂ ਤੋੜ ਕੇ ਸੰਸਾਰ 'ਚ ਜੋੜਦੇ, ਕਿਉਂਕਿ ਬਿਨਾਂ ਰਸ ਤੋਂ ਨੇ। ਉਹਨਾਂ ਕੋਲ ਉਹ ਰਾਸ਼ੀ ਨਹੀਂ ਹੈ, ਉਹ ਧਨ ਨਹੀਂ ਹੈ। ਜੇ ਤਾਂ ਉਹ ਧਨ ਹੁੰਦਾ ਫਿਰ ਤਾਂ ਇੱਥੋਂ ਤੋੜਦੇ, ਸੰਸਾਰ ਨਾਲੋਂ ਤੋੜ ਕੇ ਨਿਰਾਕਾਰ ਨਾਲ ਜੋੜਦੇ।
ਪਾਤਸ਼ਾਹੀਆਂ ਨੇ ਭਗਤ ਸਾਹਿਬਾਨਾਂ ਨੇ ਸੰਸਾਰ ਨਾਲੋਂ ਤੋੜ ਕੇ ਨਿਰਾਕਾਰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ, ਪਰ ਇਹਨਾਂ ਸੰਤਾਂ ਨੇ ਕੀ ਕੀਤਾ, ਨਿਰਾਕਾਰ ਨਾਲੋਂ ਤੋੜ ਕੇ ਸੰਸਾਰ ਨਾਲ ਜੋੜਨ ਦੀ ਕੋਸ਼ਿਸ਼ ਔਰ ਕਰਦੇ ਨੇ, ਕਿਉਂਕਿ ਬਿਨਾਂ ਰਸ ਤੋਂ ਨੇ, ਰਸ ਨਹੀਂ ਹੈ ਕੋਲ। ਹਰ ਕੇ ਸੰਤ ਨਹੀਂ ਹੈ, ਖੁਦ ਸੰਤ ਨੇ। ਗੁਰਬਾਣੀ ਨੇ ਹਰ ਕੇ ਸੰਤ ਦੀ ਤਹਿਰੀਰ ਦਿੱਤੀ ਹੈ। ਹਰ ਕੇ ਸੰਤ ਜਪੋ ਹਰ ਜਪਣਾ। ਜੋ ਹਰ ਕੇ ਸੰਤ ਤੁਹਾਨੂੰ ਸਮਝਾ ਰਹੇ ਨੇ, ਜਪੋ ਉਹ ਕੁਝ ਸਮਝੋ, ਉਹ ਜਾਣਕਾਰੀ ਲਵੋ। ਆ ਗੁਰਬਾਣੀ ਹਰ ਕੇ ਸੰਤਾਂ ਨੇ ਸਮਝਾਈ ਹੈ। ਭਗਤ ਸਾਹਿਬਾਨ ਸਾਰੇ ਹੀ ਇਹ ਹਰ ਕੇ ਸੰਤ ਨੇ, ਕਿਉਂਕਿ ਦਰਗਾਹ ਤੋਂ ਬੁਲਾਏ ਬੋਲੇ ਆ। ਸੱਚਖੰਡ ਦੇ ਬੁਲਾਇਆ ਬੋਲਦੇ, ਉਹ ਤਾਂ ਆਪਣੀ ਗੁਰਬਾਣੀ 'ਚ ਬਾਰ-ਬਾਰ ਕਹਿੰਦੇ ਆ, ਹਉ ਬੁਲਾਇਆ ਬੋਲਿਆ ਖਸਮ ਦਾ। ਪਰ ਅੱਜ ਜਿੰਨੇ ਵੀ ਸੰਤ ਨੇ, ਬਾਬੇ ਨੇ, ਪ੍ਰਚਾਰਕ ਨੇ, ਰਾਗੀ ਨੇ, ਢਾਡੀ ਨੇ, ਜੋ ਵੀ ਕੁਝ ਹੈ, ਉਹ ਕੋਈ ਮੈਂ ਤਾਂ ਨਹੀਂ ਅੱਜ ਤੱਕ ਸੁਣਿਆ ਵੀ ਅਸੀਂ ਕਿਸੇ ਦੇ ਬੁਲਾਇਆ ਬੋਲਦੇ। ਉਹ ਤਾਂ ਕਹਿੰਦੇ ਸੰਤਾਂ ਦੇ ਵਚਨ ਨੇ। ਉਹ ਆਪਣੇ ਵਚਨਾਂ ਨੂੰ ਲੋਕਾਂ 'ਚ ਤਹਿਰੀਰ ਦਿੰਦੇ, ਉਹ ਗੁਰਬਾਣੀ ਦੇ ਵਚਨਾਂ ਨੂੰ ਨਹੀਂ ਮੰਨਦੇ, ਜਦ ਕਿ ਗੁਰਬਾਣੀ ਵਚਨ ਨੇ। ਗੁਰਬਾਣੀ ਜੀਵਨ ਹੈ, ਨਿਰਾਕਾਰੀ, ਉਹਦੀ ਤਾਂ ਸੋਚੀ ਨਹੀਂ ਹੈ। ਸੋ ਗਾਵੇ ਕੋ ਵਿਦਿਆ ਬਿਖਮ ਵਿਚਾਰ। ਜਿਹੜਾ ਗੁਰਮੁਖ ਹੈ, ਜਦੋਂ ਉਹਦੇ ਅੰਦਰ ਹੁਕਮ ਪ੍ਰਗਟ ਹੁੰਦਾ ਹੈ, ਉਹਦੀ ਫਿਰ ਉਹ ਜਦੋਂ ਵਿਚਾਰ ਕਰਦਾ, ਹੁੰਦੀ ਬੜੀ ਉਹਨੂੰ ਮੁਸ਼ਕਲ ਹੈ, ਕਿਉਂਕਿ ਉਹਨੂੰ ਪ੍ਰਮਾਣ ਦੇਣੇ ਪੈਂਦੇ ਆ। ਪ੍ਰਮਾਣਾਂ 'ਚੋਂ ਬਾਰ-ਬਾਰ ਉਹ ਪ੍ਰਮਾਣ ਦੇ ਕੇ ਸਮਝਾਉਂਦਾ। ਸਾਰੀ ਗੁਰਬਾਣੀ ਦੇ ਵਿੱਚ ਇੱਕ ਵਾਰੇ ਹੀ ਸਮਝਾਇਆ ਗਿਆ ਕਿ ਇੱਕ ਕੀ ਹੈ। ਇਹ ਸਾਰਾ ਕੁਝ ਸਮਝਾਇਆ ਹੀ ਗਿਆ। ਨਾਲ ਦੀ ਨਾਲ ਜਿੰਨੀ ਕੁ ਸਾਨੂੰ ਸਮਝ ਆਉਂਦੀ ਹੈ, ਵਿੱਚ ਵਿੱਚ ਉਹਦੇ ਬੁਝਾਰਤ ਰੱਖੀ ਹੈ ਕਿ ਜਿੰਨਾ ਤੁਸੀਂ ਸਮਝੋਗੇ ਤਾਂ ਨਾਲ ਹੀ ਨਾਲ ਬੁੱਝੋਗੇ। ਸਮਝਿਆ ਹੋਇਆਂ ਦੀ ਕੀ ਨਿਸ਼ਾਨੀਆਂ ਨੇ, ਬੁੱਝਿਆਂ ਦੀਆਂ ਕੀ ਨਿਸ਼ਾਨੀਆਂ ਨੇ, ਉਹ ਵੀ ਨਾਲ ਦੀ ਨਾਲ ਦੱਸਿਆ ਗਿਆ ਵੀ ਕਿਤੇ ਭੁਲੇਖਾ ਨਾ ਪੈ ਜਾਵੇ। ਸੋ ਗਾਵੈ ਕੋ ਸਾਜ ਕਰੇ ਤਨ ਖੇ, ਗਾਵੈ ਕੋ ਜੀ ਲੈ ਫਿਰਦੇ। ਹੁਣ ਜੇ ਗਾਵੈ ਕੋ ਸਾਜ ਕਰੇ ਤਨ ਖੇ, ਹੁਣ ਗਾਉਂਦੇ ਸਾਰੇ ਹੀ ਨੇ, ਅਸੀਂ ਵੀ ਗਾਉਂਦੇ ਆ। ਅਸੀਂ ਕਹਿੰਦੇ ਵੀ ਦੇਖੋ ਜੀ ਕਿਵੇਂ ਸਰੀਰ ਬਣਾਤਾ ਤੇ ਕਿਵੇਂ ਸਰੀਰਾਂ ਨੂੰ ਖਤਮ ਕਰ ਦਿੰਦਾ। ਸਾਜ ਦਾ ਵੀ ਉਹੀ ਹੈ, ਖੇ ਵੀ ਉਹ ਕਰ ਦਿੰਦਾ। ਗਾਵੈ ਕੋ ਜੀ ਲੈ ਫਿਰਦੇ, ਕਿਸੇ ਨੂੰ ਫਿਰ ਸਰੀਰ ਦੇ ਦਿੰਦਾ, ਦੇਹੀ ਦੇ ਦਿੰਦਾ। ਸਾਡੇ ਮੁੰਡਾ ਹੋ ਗਿਆ, ਅਸੀਂ ਬੜੇ ਖੁਸ਼ ਹੁੰਦੇ ਹਾਂ ਵੀ ਰੱਬ ਨੇ ਬੜੀ ਕਿਰਪਾ ਕਰਤੀ। ਅਸੀਂ ਬੇਨਤੀ ਕੀਤੀ ਸੀ, ਸਾਡੇ ਮੁੰਡਾ ਹੋ ਗਿਆ। ਸਾਡੇ ਕੁੜੀ ਹੋ ਜਾਂਦੀ, ਅਸੀਂ ਰੋਸ ਕਰਦੇ ਹਾਂ ਵੀ ਰੱਬ ਨੇ ਪਤਾ ਨਹੀਂ ਫੇਰ ਪੱਥਰ ਜੰਮਤਾ। ਇਹੋ ਜਿਹੀਆਂ ਗੱਲਾਂ ਮੈਂ ਸੁਣੀਆਂ, ਪਹਿਲਾਂ ਤੋਂ ਚੱਲੀਆਂ ਆਉਂਦੀਆਂ ਨੇ। ਕੋਈ ਕੰਮ ਸਾਡਾ ਸਿਰੇ ਚੜ ਗਿਆ, ਰੱਬ ਨੇ ਬੜੀ ਕਿਰਪਾ ਕਰਤੀ। ਕੰਮ ਨਾ ਸਿਰੇ ਚੜਿਆ, ਅਸੀਂ ਪਤਾ ਨਹੀਂ ਕਿਹੜੇ ਮਾੜੇ ਕਰਮ ਕੀਤੇ ਆ। ਅਸੀਂ ਤਾਂ ਕਦੇ ਬੁਰਾ ਨਹੀਂ ਕੀਤਾ ਕਿਸੇ ਦਾ। ਅਸੀਂ ਤਾਂ ਪਾਠ ਵੀ ਕਰਵਾਇਆ ਸੀ, ਅਸੀਂ ਤਾਂ ਸੰਤਾਂ ਕੋਲ ਵੀ ਜਾਂਦੇ ਹਾਂ। ਇੰਨਾ ਚਿਰ ਦੇ ਸੰਗਤ ਕਰਦੇ ਹਾਂ, ਸਾਡਾ ਪਤਾ ਨਹੀਂ ਕਿਉਂ ਨਹੀਂ ਕੰਮ ਸਰਦਾ। ਸਾਡੀ ਮਾਨਸਿਕਤਾ ਇੱਥੇ ਖੜੀ ਹੈ। ਅਸੀਂ ਵਰਤਦੇ ਗੁਰਬਾਣੀ ਨੂੰ ਆ, ਪਰ ਚੱਲਦੇ ਗੁਰਬਾਣੀ ਤੋਂ ਉਲਟਾ। ਸੋ ਕਿੰਨੀ ਵੀ ਵਧੀਆ ਤੋਂ ਵਧੀਆ ਚੀਜ਼ ਅਸੀਂ ਇੱਥੇ ਬਣਾ ਲਈਏ। ਅੱਜ ਕੱਲ੍ਹ ਬਹੁਤ ਕੁਝ ਬਣਾਇਆ ਜਾਂਦਾ, ਰੋਬੋਟ ਬਣਾਏ ਜਾਂਦੇ ਆ, ਕਲੋਨ ਬਣਾਏ ਜਾਂਦੇ ਆ, ਪਰ ਅਸੀਂ ਉਹਦੇ ਵਿੱਚ ਆਤਮਾ ਨਹੀਂ ਪੈਦਾ ਕਰ ਸਕਦੇ। ਉਹ 'ਚ ਆਤਮਾ ਨਹੀਂ ਪੈਦਾ ਹੋ ਸਕਦੀ। ਚਾਰੇ ਤੱਤ ਤਾਂ ਹੁਣ ਇੱਥੇ ਵੀ ਹੈਗੇ, ਹਵਾ ਵੀ ਹੈਗੀ, ਪਾਣੀ ਵੀ ਹੈਗਾ, ਅੱਗ ਵੀ ਹੈਗੀ, ਮਿੱਟੀ ਵੀ ਹੈਗੀ, ਪਰ ਆਤਮਾ ਪੈਦਾ ਕਰਕੇ ਦਿਖਾਓ। ਆਤਮਾ ਉੱਥੋਂ ਹੀ ਆਉਂਦੀ ਹੈ। ਜੜ ਵਿੱਚ ਚੇਤਨ ਨੂੰ ਮਿਲਾ ਦੇਣਾ, ਇਹ ਵਿਦਿਆ ਹੈ। ਇਹ ਬੜੀ ਵੱਡੀ ਗੱਲ ਹੈ, ਇਹ ਕੋਈ ਨਹੀਂ ਕਰ ਸਕਦਾ। ਇਹ ਪਰਮੇਸ਼ਰ ਦੇ ਹੱਥ ਵਿੱਚ ਸੀ। ਅਸੀਂ ਬਹੁਤ ਕੁਝ ਸੁੰਦਰ ਤੋਂ ਸੁੰਦਰ, ਵਧੀਆ ਤੋਂ ਵਧੀਆ ਚੀਜ਼ ਬਣਾ ਸਕਦੇ ਹਾਂ, ਸਜਾ ਕੇ ਰੱਖਦੇ ਹਾਂ, ਪਰ ਉਹਨੇ ਪਤਾ ਨਹੀਂ ਕਿੰਨੇ ਕੁ ਸਰੀਰ ਬਣਾਏ ਹੋਏ। ਪਰ ਜਿਹੋ ਜਿਹਾ ਸਰੀਰ ਉਹ ਬਣਾ ਕੇ ਤੋਂ ਭੇਜ ਦਿੰਦਾ, ਇੱਥੇ ਆ ਕੇ ਸਰੀਰ ਨੂੰ ਕੋਈ ਇਫੈਕਟ ਪੈ ਜਾਂਦਾ, ਦੁਬਾਰਾ ਅਸੀਂ ਉਸ ਤਰ੍ਹਾਂ ਦਾ ਸਰੀਰ ਨਹੀਂ ਬਣਾ ਸਕਦੇ, ਭਾਵੇਂ ਅਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਈਏ। ਕਿੰਨਾ ਕੁਛ ਆਉਂਦਾ ਹੈ, ਕਿੰਨੇ ਭੁਚਾਲ ਆਉਂਦੇ ਨੇ, ਸੁਨਾਮੀ ਆਉਂਦੀ ਹੈ, ਤੇ ਹੋਰ ਬਰਸਾਤਾਂ ਹੁੰਦੀਆਂ ਨੇ, ਜੰਗ ਲੱਗਦੇ ਨੇ, ਉਹਨਾਂ ਵਿੱਚ ਕਿੰਨੇ ਮਨੁੱਖਾਂ ਤੋਂ ਆਤਮਾ ਵੱਖ ਹੋ ਜਾਂਦੀ ਹੈ।
ਮਨੁੱਖ ਦੇ ਸਰੀਰ ਤੋਂ ਆਤਮਾ ਨੂੰ ਵੱਖ ਕਰ ਦਿੰਦਾ ਹੈ। ਕੋਈ ਨਹੀਂ ਕਰ ਸਕਦਾ। ਇਹ ਵੀ ਸਾਰੀ ਉਹਦੀ ਖੇਡ ਹੈ। ਕਿਤੇ ਲੱਖਾਂ ਨੂੰ ਵੀ ਖਤਮ ਕਰ ਦਿੰਦਾ ਹੈ ਤੇ ਲੱਖਾਂ ਨੂੰ ਪੈਦਾ ਵੀ ਕਰ ਦਿੰਦਾ ਹੈ। ਪਰ ਮਿੱਟੀ ਹੈ ਜਿਹੜੀ, ਚਾਰੇ ਤੱਤ ਇੱਥੇ ਰਹਿ ਜਾਂਦੇ ਆ। ਜਿਹੜੀ ਆਤਮਾ ਹੁੰਦੀ ਹੈ ਉਹ ਚਲੇ ਜਾਂਦੀ ਹੈ। ਪਰ ਆਤਮਾ ਆਉਂਦੀ ਵੀ ਕਿਸੇ ਨੂੰ ਨਹੀਂ ਪਤਾ ਲੱਗਦਾ ਤੇ ਆਤਮਾ ਦਾ ਜਾਂਦੀ ਦਾ ਵੀ ਨਹੀਂ ਪਤਾ ਲੱਗਦਾ। ਪਰ ਸਿਰਫ ਗੁਰਮੁਖਾਂ ਨੂੰ ਸੋਝੀ ਜ਼ਰੂਰ ਹੁੰਦੀ ਹੈ, ਗੁਰਮੁਖਾਂ ਤੋਂ ਬਿਨਾਂ ਨਹੀਂ ਹੈ। ਸੋ ਇਸ ਤੋਂ ਇੱਕ ਗੱਲ ਇਹ ਵੀ ਸਾਫ਼ ਹੋ ਜਾਂਦੀ ਹੈ ਕਿ ਆਤਮਾਵਾਂ ਦੀ ਗਿਣਤੀ ਬਰਕਰਾਰ ਹੈ। ਉਹ ਉਨੀ ਹੋ ਰਹਿੰਦੀ ਹੈ ਭਾਵ ਸਾਗਰ ਦੇ ਅੰਦਰ। ਤੇ ਜਿੰਨੀ ਮਿੱਟੀ ਇੱਥੇ ਇਕੱਠੀ ਕੀਤੀ ਸੀ, ਜੇ ਗੌਰ ਨਾਲ ਦੇਖੀਏ, ਜੋ ਅਸੀਂ ਖਾ ਰਹੇ ਹਾਂ ਉਹ ਵੀ ਤਾਂ ਮਿੱਟੀ ਤੋਂ ਹੀ ਖਾ ਰਹੇ ਹਾਂ। ਤੇ ਸਰੀਰ ਵੀ ਉਸੇ ਤੋਂ ਹੀ ਬਣਦਾ, ਮਿੱਟੀ ਤੋਂ ਹੀ ਸਰੀਰ ਬਣਦਾ। ਆਖਰ ਇੱਥੇ ਹੀ ਰਹਿ ਜਾਂਦੀ ਹੈ। ਨਾ ਕੋ ਆਵੇ ਨਾ ਕੋ ਜਾਏ, ਆਉਂਦਾ ਜਾਂਦਾ ਕੁਛ ਨਹੀਂ। ਆਤਮਾ ਵੀ ਸਰੀਰ ਨੂੰ ਛੱਡ ਕੇ ਜਾਂਦੀ ਹੈ। ਅਸੀਂ ਕਹਿੰਦੇ ਹਾਂ ਵੀ ਉਹ ਚਲੇਗੀ, ਜਾਂਦੀ ਕਿਤੇ ਨਹੀਂ ਹੈ, ਉਹ ਇੱਥੇ ਹੀ ਹੁੰਦੀ ਹੈ। ਅਨਦ੍ਰਿਸ਼ਟ ਹੋ ਜਾਂਦੀ ਹੈ। ਜਿੰਨਾ ਚਿਰ ਸਰੀਰ 'ਚ ਰਹਿੰਦੀ ਹੈ ਦ੍ਰਿਸ਼ਟੀ 'ਚ ਹੁੰਦੀ ਹੈ, ਜਦੋਂ ਸਰੀਰ ਨੂੰ ਛੱਡ ਜਾਂਦੀ ਉਹ ਅਨਦ੍ਰਿਸ਼ਟ ਹੋ ਜਾਂਦੀ ਹੈ। ਤੇ ਸਰੀਰ ਉਸੇ ਤੋਂ ਹੀ ਬਣਦਾ, ਇੱਥੇ ਹੀ ਰਹਿ ਜਾਂਦੀ ਹੈ। ਕੋਈ ਐਵੇਂ ਗਾ ਰਿਹਾ, ਉਸਦੇ ਗੁਣਾਂ ਨੂੰ ਦੇਖ ਦੇਖ ਕੇ ਗਾ ਰਿਹਾ ਕਿ ਕਿਵੇਂ ਮਿੱਟੀ ਦੇ ਤਨ ਨੇ, ਕਿਵੇਂ ਮਿੱਟੀ ਦਾ ਸਰੀਰ ਬਣਦਾ। ਹਰ ਇੱਕ ਦਾ ਸਰੀਰ ਆਪੋ ਆਪਣਾ। ਸੋ ਕੋਈ ਕਿਸ ਤਰੀਕੇ ਨਾਲ ਗਾ ਰਿਹਾ। ਸੋ ਗਾਵੇ ਕੋ ਸਾਜ ਕਰੇ ਤਨਖੇ। ਜੋ ਜੀਵ ਆਪਣੇ ਮੂਲ ਨੂੰ ਗਾਉਂਦਾ ਹੈ, ਭਾਵ ਕਿ ਜਿਹੜੀ ਆਤਮਾ ਆਪਣੇ ਮੂਲ ਨੂੰ ਗਾਉਂਦੀ ਹੈ ਤਾਂ ਉਹ ਆਪਣੇ ਆਪ ਨੂੰ ਸਾਜਦੀ ਹੈ। ਉਹ ਆਪਣਾ ਆਪ ਦੇ ਸੁੰਦਰ ਸਰੂਪ ਘੜਦੀ ਹੈ। ਭਾਵ ਇੱਕ ਹੋ ਰਹੀ ਹੈ। ਜੋ ਪਹਿਲਾਂ ਸਾਜਿਆ ਸੀ ਉਸ ਦਾ ਪਤਾ ਲੱਗ ਗਿਆ ਵੀ ਇਹ ਤਾਂ ਖੇ ਹੈ। ਪਹਿਲਾਂ ਜੀਵ ਨੇ ਕੀ ਸਾਜਿਆ? ਆ ਸਰੀਰ, ਆ ਜਿਹੜਾ ਸਾਡੇ ਕੋਲ ਹੈ। ਫਿਰ ਉਹਨੂੰ ਪਤਾ ਲੱਗਦਾ ਵੀ ਇਹ ਤਾਂ ਖੇ ਹੈ, ਇਹ ਤਾਂ ਮਿੱਟੀ ਹੈ। ਮੈਂ ਮਿੱਟੀ ਨੂੰ ਥੋੜ੍ਹਾ ਜੋੜਨਾ, ਮੈਂ ਤਾਂ ਆਪ ਖੁਦ ਚੇਤਨ ਸਰੂਪ ਹਾਂ। ਜਿਵੇਂ ਜਿਵੇਂ ਉਹ ਜੀਵ ਗਾ ਰਿਹਾ ਉਵੇਂ ਉਵੇਂ ਸੋਝੀ ਆ ਰਹੀ ਹੈ। ਲੈ ਫਿਰ ਦੇ ਭਾਵ ਗੁਪਤ ਦੇਹੀ ਦੀ ਸੋਝੀ ਆ ਰਹੀ ਹੈ। ਇੱਕ ਜਿਹੜਾ ਆ ਬਾਹਰ ਸਰੀਰ ਦੀਂਦਾ ਇਹ ਤਾਂ ਮਾਇਆ ਦਾ, ਅਸਲੀ ਦੇਹੀ ਹੋਰ ਹੈ। ਦੇਹੀ ਗੁਪਤ, ਉਹ ਤਾਂ ਗੁਪਤ ਹੈ। ਬਦੇਹੀ ਦੀ ਸਹਿ ਬਦੇਹੀ ਹੈ। ਭਾਵ ਗੁਪਤ ਦੇਹੀ ਦੀ ਸੋਝੀ ਆ ਰਹੀ ਹੈ। ਦੇਹੀ ਗੁਪਤ ਹੁੰਦੀ ਹੈ, ਬਦੇਹੀ ਦਿਸਦੀ ਹੁੰਦੀ ਹੈ। ਜੋ ਜੀਵ ਗਾ ਰਿਹਾ ਹੈ ਉਸਨੇ ਹੀ ਆਪਣੇ ਆਪ ਨੂੰ ਸਾਰੀ ਸੋਝੀ ਪ੍ਰਾਪਤ ਕੀਤੀ ਆਪਣੇ ਆਪ ਦੀ। ਸੋ ਇਸੇ ਕਰਕੇ ਪਾਤਸ਼ਾਹ ਕਹਿੰਦੇ ਗਾਵੇ ਕੋ ਸਾਜ ਕਰੇ ਤਨਖੇ। ਜਦੋਂ ਮਨ ਆਪਣੇ ਮੂਲ ਨੂੰ ਜਾਣਨਾ ਸ਼ੁਰੂ ਕਰ ਲੈਂਦਾ, ਉਹਨੂੰ ਪਤਾ ਲੱਗਣ ਲੱਗ ਜਾਂਦਾ ਕਿ ਆਹ ਜਿਹੜਾ ਸਰੀਰ ਹੈ ਇਹ ਤਾਂ ਇੱਕ ਮਿੱਟੀ ਦਾ ਹੈ, ਇਹ ਤਾਂ ਪੁਤਲਾ ਹੈ, ਇਹ ਤਾਂ ਮੈਂ ਇੱਥੇ ਛੱਡ ਕੇ ਚਲੇ ਜਾਣਾ। ਚਾਹੇ ਮਿੱਟੀ ਦਾ ਦੇਹ ਕਹਿ ਦਿਓ, ਚਾਹੇ ਕੱਪੜਾ ਕਹਿ ਦਿਓ, ਇਹ ਤਾਂ ਮੈਂ ਛੱਡ ਕੇ ਤੁਰ ਜਾਣਾ। ਸਾਜ ਕਰੇ, ਉਹ ਆਪਣੇ ਆਪ ਨੂੰ ਸਾਜਣਾ ਸ਼ੁਰੂ ਕਰਦਾ। ਮੈਂ ਤਾਂ ਸਾਜਣ ਵਾਸਤੇ ਆਇਆ। ਗਾਵੇ ਕੋ ਜੀ ਲੈ ਫਿਰਦੇ। ਫਿਰ ਉਹ ਗਾਵੇ ਕੋ ਜੀ, ਕਿ ਜਿਹੜਾ ਜੀ ਹੈ, ਜਿਹੜਾ ਮੂਲ ਸਰੂਪ ਹੈ ਸਾਡਾ, ਉਹਨੂੰ ਗਾਉਂਦਾ ਹੈ। ਭਾਵ ਕਿ ਉਹਦੇ ਗੁਣਾਂ ਨੂੰ ਧਾਰਨ ਕਰਦਾ ਹੈ, ਹੁਕਮ ਵਿੱਚ ਰਹਿਣ ਦੀ ਕੋਸ਼ਿਸ਼ ਕਰਦਾ ਹੈ ਤੇ ਰਹਿੰਦਾ ਵੀ ਹੈ। ਲੈ ਫਿਰਦੇ, ਉਹ ਫਿਰ ਕੀ ਕਰਦਾ? ਜਿਹੜਾ ਹੁਕਮ ਹੈ ਇਹਨੂੰ ਫਿਰ ਨਵੀਂ ਦੇਹੀ ਦਿੰਦਾ ਹੈ। ਉਹ ਸੁੰਦਰ ਸਰੂਪ ਦੀ ਘਾੜਤ ਘੜਦਾ ਹੈ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਬੁੱਧ ਬਣਾ ਕੇ, ਵਿਵੇਕ ਬੁੱਧ ਬਣਾ ਕੇ, ਵਿਦਿਆ ਬਣਾ ਕੇ ਇਹਨੂੰ ਇਹਦੇ ਸਾਹਮਣੇ ਪੇਸ਼ ਕਰ ਦਿੰਦਾ। ਇਹ ਵਿਦਿਆ ਨੂੰ ਪ੍ਰਾਪਤ ਕਰਦਾ ਤੇ ਆਪਣੇ ਨਿੱਜ ਘਰ ਸੱਚਖੰਡ ਵਿੱਚ ਸਦਾ ਲਈ ਪ੍ਰਵੇਸ਼ ਕਰ ਜਾਂਦਾ ਹੈ। ਤਾਂ ਇੱਥੋਂ ਤੱਕ ਹੀ ਅੱਜ ਦੀ ਵਿਚਾਰ ਸੀ ਜੋ ਗੁਰ ਕਿਰਪਾ ਦੁਆਰਾ ਕੀਤੀ ਗਈ ਹੈ। ਅਗਲੀ ਵਿਚਾਰ ਜਿਵੇਂ ਗੁਰ ਨੇ ਕਿਰਪਾ ਕੀਤੀ ਉਸ ਤਰ੍ਹਾਂ ਕੀਤੀ ਜਾਵੇਗੀ। ਸੋ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ